ਬਲਵਿੰਦਰ ਸਿੰਘ ਜੋ ਅੰਮ੍ਰਿਤਸਰ ਤੋਂ ਹਨ, ਉਹਨਾਂ ਨੇ ਆਡੀਓ ਰਿਕਾਰਡਿੰਗ ਰਾਹੀਂ ਪੁੱਛਿਆ ਹੈ, ਸੱਚ ਡੇਰਾ ਨਿਹਚਾਓ ਸਾਧ ਸੰਗ ਪਾਇਆ, ਕਹੋ ਨਾਨਕ ਤਿਹ ਨਹੀਂ ਡੋਲਾਇਆ। ਉਹ ਸੱਚਾ ਡੇਰਾ ਨਿਹਚੋ ਹੀ ਸਾਧ ਸੰਗ ਪਾਇਆ। ਜਿਨ੍ਹਾਂ ਨੇ ਪਾਇਆ ਨਾ, ਉਹਨਾਂ ਨੇ ਕਿਹਾ ਵੀ ਸਾਧ ਸੰਗ ਪਾਇਆ ਜਾਂ ਸਤ ਸੰਗ ਪਾਇਆ। ਸੱਤ ਪੁਰਖਾਂ ਦੇ ਸੰਗ ਨਾਲ ਉਹ ਡੇਰਾ, ਉਹ ਘਰ ਲੱਭਾ ਜਿੱਥੇ ਸਦਾ ਹੀ ਰਹਿਣਾ ਹੈ। ਜਿਹ ਘਰ ਤੂੰ ਰਹਿਣਾ ਬਸਣਾ, ਸੋ ਘਰ ਦਇਓ ਵਿਸਾਰ। ਤੇ ਉਹ ਘਰ ਜਿਨ੍ਹਾਂ ਨੇ ਪਾਇਆ ਹੈ ਸਤਿਪੁਰਖ, ਉਹ ਕਹਿ ਗਏ ਹਨ ਵੀ ਅਗਰ ਤੁਸੀਂ ਵੀ ਉਸ ਡੇਰੇ ਜਾਣਾ ਚਾਹੁੰਦੇ ਹੋ, ਉਸ ਘਰ, ਸੱਚੇ ਘਰ, ਵਾਸਤਵਿਕ ਜੋ ਤੁਹਾਡਾ ਆਪਣਾ ਘਰ ਹੈ, ਥਿਰ ਘਰ, ਉੱਥੇ ਜਾਣਾ ਚਾਹੁੰਦੇ ਹੋ ਤੇ ਨਿਹਚੋ ਸਾਧ ਸੰਗ ਪਾਇਆ। ਸਤਿਪੁਰਖਾਂ ਦੀ ਸੰਗ ਦੁਆਰਾ ਹੀ ਪਾਇਆ ਜਾਂਦਾ ਹੈ। ਪਰ ਸਤਿਪੁਰਖਾਂ ਦਾ ਸੰਗ ਬਾਅਦ ਵਿੱਚ ਹੁੰਦਾ ਹੈ। ਪਹਿਲਾਂ ਤਾਂ ਸਤਿਪੁਰਖ ਸਿਆਣ ਵਿੱਚ ਹੀ ਨਹੀਂ ਆਉਂਦੇ ਹਨ। ਤੇ ਸਤਿਪੁਰਖ ਹੀ ਸਤਿਗੁਰੂ ਹੁੰਦੇ ਹਨ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਨ੍ਹਾਂ ਨੇ ਸਤਿਪੁਰਖ ਨੂੰ ਸਿਆਣ ਲਿਆ, ਜਾਣ ਲਿਆ, ਬਾਹਰੋਂ ਜਾਣਿਆ ਨਹੀਂ, ਅੰਦਰੋਂ ਉਹਨਾਂ ਨੇ ਜਾਣਿਆ ਜਿਨ੍ਹਾਂ ਦਾ ਝੂਠ ਦਾ ਸੰਗ ਛੁੱਟ ਗਿਆ, ਜਿਹੜੇ ਝੂਠ ਤੋਂ ਨਿਰਲੇਪ ਹੋ ਗਏ। ਤੇ ਸੱਤ ਦੇ ਵਿੱਚ ਅਭੇਦ ਹੋ ਗਏ। ਐਸੇ ਜਿਹੜੇ ਸਤਿਪੁਰਖ ਹਨ, ਉਹ ਹੀ ਸਤਿਗੁਰੂ ਹਨ। ਤੇ ਸਤਿਪੁਰਖ ਨੂੰ ਬਾਹਰੋਂ ਸਿਆਣਨਾ ਬਹੁਤ ਕਠਿਨ ਹੈ। ਉਹਨਾਂ ਦਾ ਸੰਗ ਕਰਨਾ ਬਹੁਤ ਕਠਿਨ ਹੈ। ਪਹਿਲਾਂ ਤਾਂ ਸਿਆਣੀ ਨਹੀਂ ਹੁੰਦੀ ਹੈ। ਉਹਦੇ ਵੀ ਬਹੁਤ ਸਾਰੇ ਕਾਰਨ ਹਨ, ਕਿਉਂਕਿ ਹਰ ਧਰਮ ਦੇ ਵਿੱਚ ਪੁਰਾਣੇ ਜਿਹੜੇ ਸੰਤ, ਮਹਾਂਪੁਰਸ਼, ਗੁਰੂ, ਪੀਰ, ਪੈਗੰਬਰ ਹੋਏ ਹਨ ਨਾ, ਉਹਨਾਂ ਦੀਆਂ ਧਾਰਨਾਵਾਂ ਦੇ ਨਾਲ ਲੋਕ ਜੀਂਦੇ ਹਨ। ਤੇ ਉਹਨਾਂ ਨੂੰ ਖਿਆਲ ਵਿੱਚ ਰੱਖ ਕੇ ਹੀ ਜੋ ਵਰਤਮਾਨ ਦੇ ਵਿੱਚ ਸਤਿਪੁਰਖ ਹੁੰਦਾ ਹੈ ਨਾ, ਉਹਨੂੰ ਦੇਖਦੇ ਹਨ। ਪੁਰਾਣੇ ਗੁਰੂਆਂ ਦੀ ਧਾਰਨਾ ਨਾਲ ਜਾਂ ਗੁਰਸਿੱਖਾਂ ਦੀ ਧਾਰਨਾ ਨਾਲ ਹੀ
ਜਾਂ ਭਗਤਾਂ ਦੀ ਧਾਰਨਾ ਨਾਲ ਜੋ ਪਿੱਛੇ ਹੋ ਚੁੱਕੇ ਹਨ ਉਹਨਾਂ ਦੇ ਖਿਆਲ ਦੁਆਰਾ ਤੁਸੀਂ ਜੋ ਸਾਹਮਣੇ ਹੈ ਉਹਨੂੰ ਦੇਖੋਗੇ ਤਾਂ ਵੈਸਾ ਥੋੜ੍ਹੀ ਹੋਵੇਗਾ। ਉਹ ਮੌਲਿਕ ਹੁੰਦਾ ਹੈ, ਇਸੇ ਕਰਕੇ ਸਿਆਣ ਵਿੱਚ ਨਹੀਂ ਆਉਂਦਾ। ਉਹ ਕਿਸੇ ਵੀ ਧਾਰਨਾ ਵਿੱਚ ਫਿੱਟ ਨਹੀਂ ਆਉਂਦਾ ਹੈ ਤੁਹਾਡੀ, ਕਿਉਂਕਿ ਬਾਹਰੋਂ ਤੁਸੀਂ ਜਦੋਂ ਦੇਖਦੇ ਹੋ ਤੇ ਜ਼ਿਆਦਾਤਰ ਧਾਰਮਿਕ ਲੋਕਾਂ ਦਾ ਖਿਆਲ ਹੁੰਦਾ ਹੈ ਵੀ ਨਾ ਇਹ ਸਾਡੇ ਗੁਰੂਆਂ ਵਰਗੇ ਲੱਗਦੇ ਹਨ, ਨਾ ਗੁਰਸਿੱਖਾਂ ਵਰਗੇ ਲੱਗਦੇ ਹਨ, ਨਾ ਭਗਤਾਂ ਵਰਗੇ ਲੱਗਦੇ ਆ। ਪਰ ਉਹਨਾਂ ਬਾਰੇ ਵੀ ਪਤਾ ਥੋੜ੍ਹੀ ਹੈ, ਸਿਰਫ ਕਹਾਣੀਆਂ ਪੜ੍ਹੀਆਂ ਹੋਈਆਂ, ਅਤੇ ਕਹਾਣੀਆਂ ਤਾਂ ਵਧਾ ਚੜ੍ਹਾ ਕੇ ਲਿਖਿਆ ਹੋਇਆ ਹੈ ਬਹੁਤ ਕੁਛ, ਤਾਂ ਉਹਨਾਂ ਨੂੰ ਖਿਆਲ ਵਿੱਚ ਰੱਖ ਕੇ ਦੇਖਦੇ ਹਨ ਵੀ ਵੈਸੇ ਨਹੀਂ ਹਨ। ਅਤੇ ਹਰ ਇੱਕ ਦੀ ਧਾਰਨਾ ਵੱਖ ਵੱਖ ਹੁੰਦੀ ਹੈ, ਵੱਖ ਵੱਖ ਖਿਆਲਾਤ ਬਣ ਗਏ ਹਨ ਅੰਦਰ, ਵੱਖ ਵੱਖ ਸੋਚ ਬਣ ਗਈ ਹੈ। ਵੈਸੀ ਸੋਚ ਦੁਆਰਾ ਹੀ ਤੁਸੀਂ ਦੇਖਦੇ ਹੋ ਬਾਹਰ, ਤੋ ਕਿਸੇ ਵੀ ਸੋਚ 'ਤੇ ਫਿੱਟ ਨਹੀਂ ਆਉਂਦਾ ਹੈ, ਕਿਸੇ ਵੀ ਧਾਰਨਾ ਦੇ ਵਿੱਚ ਨਹੀਂ ਆਵੇਗਾ, ਕਿਉਂਕਿ ਉਹ ਸਾਰੀਆਂ ਧਾਰਨਾਵਾਂ ਤੋਂ ਮੁਕਤ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਪਹਿਲਾਂ ਤਾਂ ਸਤਿਪੁਰਖ ਨੂੰ ਸਿਆਣਨਾ ਕਠਿਨ ਹੈ, ਅਤੇ ਬਾਹਰੋਂ ਕਿਸੇ ਵੀ ਧਰਮ ਦੀ ਉਹ ਨਕਲ ਨਹੀਂ ਕਰਦਾ, ਜਾਂ ਜਿਹੜੇ ਪਿੱਛੇ ਹੋ ਚੁੱਕੇ ਹਨ ਸਤਿਗੁਰੂ ਸਤਿਪੁਰਖ, ਉਹਨਾਂ ਦੀ ਨਕਲ ਨਹੀਂ ਕਰਦਾ ਕਿਸੇ ਵੀ ਵੀਰ ਪਕੰਬਰ ਦੀ। ਉਹ ਮੌਲਿਕ ਹੁੰਦਾ ਹੈ, ਉਹ ਸਮੇਂ ਦੇ ਅਨੁਕੂਲ ਹੀ ਜੀਂਦਾ ਹੈ, ਬਿਲਕੁਲ ਸੁਭਾਵਿਕ ਜੀਂਦਾ ਹੈ, ਅਤੇ ਬਾਹਰੋਂ ਸਿਆਣ ਵਿੱਚ ਆਉਂਦਾ ਹੀ ਨਹੀਂ। ਕਿਉਂਕਿ ਆਦਮੀ ਤਾਂ ਬਾਹਰੋਂ ਦੇਖਦਾ ਹੈ ਨਾ, ਬਹੁਤੇ ਲੋਕ ਤਾਂ ਪਹਿਰਾਵਾ ਹੀ ਦੇਖਦੇ ਹਨ ਅਤੇ ਸਿਆਣਦੇ ਹਨ। ਇਸੇ ਕਾਰਨ ਹੀ ਸਾਧੂ ਮਹਾਤਮਾ ਪਹਿਰਾਵਾ ਪਾ ਲੈਂਦੇ ਹਨ, ਕਿਸੇ ਸੰਪਰਦਾ ਦਾ, ਕਿਸੇ ਗੁਰੂ ਦਾ, ਕਿਸੇ ਮਜ਼ਹਬ ਦਾ। ਜਿਨ੍ਹਾਂ ਨੇ ਬਾਹਰੋਂ ਜੋੜਨਾ ਹੁੰਦਾ ਹੈ ਲੋਕਾਂ ਨੂੰ, ਉਹ ਪਹਿਰਾਵਾ ਪਾ ਕੇ ਜੋੜਦੇ ਹਨ ਵੀ ਇਸ ਢੰਗ ਦੇ ਨਾਲ ਲੋਕ ਜੁੜਦੇ ਹਨ, ਜੋੜ ਕੇ ਰੱਖਦੇ। ਜਦੋਂ ਪਹਿਲ ਟੀਵੀ 'ਤੇ ਰਿਕਾਰਡਿੰਗਾਂ ਚੱਲ ਰਹੀਆਂ ਸਨ, ਅਤੇ ਜਿਹੜੇ ਬਾਹਰ ਥੋੜ੍ਹੇ ਜਿਹੇ ਜ਼ਿਆਦਾ ਧਾਰਮਿਕ ਹਨ ਨਾ, ਜਿਨ੍ਹਾਂ ਨੂੰ ਕੱਟਰ ਕਹਿੰਦੇ ਹਨ, ਉਹਨਾਂ ਦੇ ਟੈਲੀਫੋਨ ਆਉਂਦੇ ਸਨ ਅਤੇ ਕਈ ਸੁਝਾਅ ਵੀ ਦਿੰਦੇ ਸਨ ਵੀ ਅਗਰ ਤੁਸੀਂ ਬਾਹਰੋਂ ਕਕਾਰ ਵਗੈਰਾ ਪਾਏ ਹੁੰਦੇ ਨਾ, ਅਤੇ ਬਹੁਤ ਸਿੱਖ ਤੁਹਾਡੇ ਨਾਲ ਜੁੜਨੇ ਸਨ, ਕਿਉਂਕਿ ਤੁਹਾਡੀਆਂ ਗੱਲਾਂ ਬਹੁਤ ਸਾਫ਼ ਹਨ, ਸਪਸ਼ਟ ਹਨ, ਸਮਝ ਵਿੱਚ ਆਉਂਦੀਆਂ ਹਨ। ਅਤੇ ਜਿਹੜੇ ਬਾਹਰੋਂ ਜੁੜਨਗੇ ਉਹ ਵਾਸਤਵਿਕ ਥੋੜ੍ਹੇ ਹੁੰਦੇ ਆ। ਅਤੇ ਬਾਹਰੋਂ ਪਹਿਰਾਵਾ ਦੇਖ ਕੇ ਜੁੜਦੇ ਹਨ, ਉਹ ਤਾਂ ਬਾਹਰਲੇ ਹੀ ਹਨ। ਇਸ ਕਰਕੇ ਬਾਹਰਲੇ ਜੋੜ ਵੀ ਰਹੇ ਹਨ ਬਹੁਤ, ਅਤੇ ਬਾਹਰੋਂ ਲੋਕ ਜੁੜ ਵੀ ਜਾਂਦੇ ਆ। ਅਤੇ ਜਿਹੜਾ ਵਾਸਤਵਿਕ ਹੋਵੇਗਾ ਉਹ ਬਾਹਰੋਂ ਦਿਖਾਵਾ ਨਹੀਂ ਕਰਦਾ ਹੈ ਕੋਈ ਵੀ, ਬਾਹਰੋਂ ਬਹੁਤ ਸਿੰਪਲ ਸਧਾਰਨ। ਉਹਨੂੰ ਹੋਰ ਵੀ ਜ਼ਿਆਦਾ ਸਿਆਣਨਾ ਕਠਿਨ ਹੋ ਜਾਂਦਾ ਹੈ। ਕੋਈ ਜਿਹੜਾ ਬਣਿਆ ਹੋਇਆ ਸਾਧੂ ਹੈ, ਸੰਜਮ ਦੇ ਵਿੱਚ ਰਹਿੰਦਾ ਹੈ, ਉਹ ਦੁਨੀਆ ਵੱਲ ਦੇਖ ਕੇ ਚੱਲਦਾ ਹੈ, ਆਲੇ ਦੁਆਲੇ ਦੇਖ ਕੇ ਚੱਲਦਾ ਹੈ, ਆਪਣੇ ਭਗਤਾਂ ਵੱਲ, ਆਪਣੀ ਸਿੱਖੀ ਸੇਵਕੀ ਵੱਲ। ਜੈਸਾ ਚਾਹੁੰਦੇ ਹਨ ਵੈਸਾ ਕਰਦਾ ਹੈ, ਉਹਨੂੰ ਜ਼ਿਆਦਾ ਲੋਕ ਮੰਨਣ ਵਾਲੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਜੈਸਾ ਉਹ ਚਾਹੁੰਦੇ ਹਨ ਵੈਸਾ ਉਹ ਕਰਦਾ ਹੈ, ਆਲੇ ਦੁਆਲੇ ਦੇਖ ਕੇ ਚੱਲਦਾ। ਅਤੇ ਜਿਹੜਾ ਆਲੇ ਦੁਆਲੇ ਦੇਖਦਾ ਹੀ
ਵੀ ਕੋਈ ਪ੍ਰਭਾਵਿਤ ਹੋਵੇ ਨਾ ਹੋਵੇ, ਉਹਦਾ ਧਿਆਨ ਹੀ ਆਲੇ ਦੁਆਲੋਂ ਹਟ ਗਿਆ। ਉਹ ਸਹਿਜ ਹੋ ਜਾਂਦਾ ਹੈ ਬੱਚੇ ਦੀ ਤਰ੍ਹਾਂ, ਸੁਭਾਵਿਕ। ਅਤੇ ਜਿਹੜਾ ਸਹਿਜ ਬੱਚੇ ਦੀ ਤਰ੍ਹਾਂ ਹੁੰਦਾ ਹੈ ਨਾ, ਸੁਭਾਵਿਕ, ਇਹ ਐਸਾ ਨਹੀਂ ਹੈ। ਆਮ ਸਾਧਾਰਣਤਾ ਕਿਹਾ ਜਾਂਦਾ ਹੈ ਵੀ ਜਿਹੜੇ ਸਤਿਗੁਰੂ ਹੁੰਦੇ ਹਨ ਜਾਂ ਸਤਿਪੁਰਖ ਹੁੰਦੇ ਹਨ, ਉਹਨਾਂ ਕੋਲ ਗਲਤੀ ਕੋਈ ਨਹੀਂ ਹੁੰਦੀ, ਭੁੱਲ ਚੁੱਕ ਨਹੀਂ ਹੁੰਦੀ। ਨਹੀਂ, ਉਪਦੇਸ਼ ਜਦੋਂ ਦਿੰਦੇ ਹਨ ਨਾ, ਉਹਦੇ ਵਿੱਚ ਉਹ ਕੋਈ ਭੁੱਲ ਚੁੱਕ ਨਹੀਂ ਕਰਦੇ ਹਨ, ਕਿਉਂਕਿ ਉਪਦੇਸ਼ ਦੂਸਰੇ ਨੂੰ ਦੇ ਰਹੇ ਹਨ। ਇਸ ਕਰਕੇ ਉਹਨਾਂ ਨੂੰ ਦੂਸਰੇ ਵੱਲ ਖਿਆਲ ਰੱਖਣਾ ਪੈਂਦਾ ਹੈ ਵੀ ਭਟਕ ਨਾ ਜਾਵੇ। ਅਤੇ ਜਦੋਂ ਉਹ ਜੀਵਨ ਦੇ ਵਿੱਚ ਵਰਤ ਰਹੇ ਹੁੰਦੇ ਹਨ, ਉਦੋਂ ਉਹ ਸਹਿਜ ਹੁੰਦੇ ਹਨ। ਸਰੀਰਕ ਤਲ 'ਤੇ ਸੰਸਾਰ ਦੇ ਵਿੱਚ ਵਰਤ ਰਹੇ ਹਨ, ਅਤੇ ਸੰਸਾਰੀਆਂ ਵਰਗਾ ਹੀ ਸਰੀਰ ਹੈ, ਅਤੇ ਫਿਰ ਬਹੁਤਾ ਸੋਚ ਨਹੀਂ ਰਹੇ ਹਨ ਸੰਸਾਰ ਬਾਰੇ, ਅਤੇ ਇਸ ਕਰਕੇ ਭੁੱਲ ਚੁੱਕ ਵੀ ਜ਼ਿਆਦਾ ਹੁੰਦੀ। ਸਤਿਪੁਰਖਾਂ ਕੋਲ ਜ਼ਿਆਦਾ ਹੁੰਦੀ ਸੰਸਾਰ ਦੇ ਵਿੱਚ ਭੁੱਲ ਚੁੱਕ, ਕਿਉਂਕਿ ਸੋਚਦੇ ਨਹੀਂ ਹਨ ਨਾ ਜ਼ਿਆਦਾ ਸੰਸਾਰ ਵੱਲ। ਜਿਹੜਾ ਸੋਚ ਕੇ ਚੱਲੇਗਾ ਸੰਸਾਰ ਵਿੱਚ, ਉਹ ਜ਼ਿਆਦਾ ਸਫਲ ਨਹੀਂ ਹੋਵੇਗਾ। ਇਸੇ ਕਰਕੇ ਭਗਤ, ਸਾਧੂ, ਸੰਤ, ਪਰਮ ਪੁਰਖ ਸੰਸਾਰ ਵਿੱਚ ਸਫਲ ਨਹੀਂ ਹੁੰਦੇ, ਕਿਉਂਕਿ ਦੇਖ ਦੇਖ ਕੇ ਇਹਨਾਂ ਨੇ ਜੀ ਰਹੇ, ਸੋਚ ਕੇ ਨਹੀਂ ਨਾ ਜੀਂਦੇ, ਅਤੇ ਗਲਤੀਆਂ ਤਾਂ ਜ਼ਿਆਦਾ ਹੋਣਗੀਆਂ ਉਹਨਾਂ ਕੋਲ ਸੰਸਾਰ ਦੇ ਵਿੱਚ ਵਿਚਰਦੇ ਆ। ਪਰ ਇਹ ਝੂਠ ਹੈ ਸੰਸਾਰ, ਇਸ ਕਰਕੇ ਇਹਨਾਂ ਗਲਤੀਆਂ ਵੱਲੋਂ ਧਿਆਨ ਨਹੀਂ ਦਿੰਦੇ। ਸਤਿਪੁਰਖ ਨੇ ਅੰਦਰੋਂ ਤੇ ਸੱਤ ਨੂੰ ਜਾਣ ਲਿਆ ਹੈ, ਅੰਦਰੋਂ ਉਹ ਸੱਤ ਦੇ ਨਾਲ ਜੀ ਰਿਹਾ ਹੈ, ਸੱਤ ਦਾ ਉਹਦਾ ਜੀਵਨ ਹੈ ਅੰਦਰੋਂ। ਪਰ ਬਾਹਰਲਾ ਜੋ ਸਰੀਰ ਹੈ, ਇਹਦੇ ਝੂਠ ਦੇ ਵਿੱਚ ਹੀ ਹੈ, ਇਹ ਤਾਂ ਸੰਸਾਰ ਦੇ ਵਿੱਚ ਹੀ ਹੈ, ਅਤੇ ਸੰਸਾਰ ਦੇ ਵਿੱਚ ਹੀ ਸੰਸਾਰੀਆਂ ਦੇ ਤਰ੍ਹਾਂ ਹੀ ਰਹੇਗਾ। ਭੁੱਖ ਵੀ ਲੱਗੇਗੀ, ਪਿਆਸ ਵੀ ਲੱਗੇਗੀ, ਠੰਡ ਵੀ ਲੱਗੇਗੀ, ਤੋ ਵੈਸਾ ਹੀ ਹੋਵੇਗਾ, ਸਹਿਜ ਹੋਵੇਗਾ ਜ਼ਿਆਦਾ। ਤਾਂ ਉਹਨੂੰ ਸਿਆਣਨਾ ਕਠਿਨ ਹੈ। ਸਤਿਪੁਰਖ ਨੂੰ ਸੰਗ ਬਾਅਦ 'ਚ ਹੋਵੇਗਾ, ਇਹ ਦੂਸਰੀ ਗੱਲ ਹੈ। ਪਹਿਲਾਂ ਗੱਲ ਖਿਆਲ ਵਿੱਚ ਰੱਖੋ, ਸੰਗ ਤਾਂ ਤੁਸੀਂ ਉਹਦਾ ਹੀ ਕਰੋਗੇ ਨਾ ਜਿਹਦੇ ਸੰਗ ਹੋ ਜਾਓਗੇ, ਨਾਲ ਹੋ ਜਾਓਗੇ। ਅਗਰ ਦੂਰ ਦੂਰ ਰਹੋਗੇ, ਦੂਰ ਦੂਰ ਸੁਣੋਗੇ, ਫਿਰ ਸੰਗ ਥੋੜ੍ਹੀ ਹੋਵੇਗਾ। ਅਤੇ ਪਹਿਲਾਂ ਤਾਂ ਸਿਆਣੋਗੇ, ਜਾਣੋਗੇ। ਫਿਰ ਅਗਰ ਕਿਸੇ ਵੀ ਧਰਮ ਦੀ ਧਾਰਨਾ ਨਾ ਹੋਵੇ ਮਨੁੱਖ ਦੇ ਅੰਦਰ, ਕਿਸੇ ਦੇ ਅੰਦਰ, ਮੰਨ ਲਓ ਉਹਨੇ ਕੋਈ ਨਿਰਣਾ ਨਹੀਂ ਕੀਤਾ ਹੈ ਵੀ ਐਸਾ ਹੀ ਸਤਿਪੁਰਖ ਹੋਵੇਗਾ, ਸੰਤ ਪੁਰਖ ਹੋਵੇਗਾ, ਸਾਰੀਆਂ ਧਾਰਨਾਵਾਂ ਛੱਡ ਕੇ ਉਹ ਦੇਖੇਗਾ ਸਤਿਪੁਰਖ ਨੂੰ, ਫਿਰ ਵੀ ਸਿਆਣ ਵਿੱਚ ਨਹੀਂ ਆਵੇਗਾ। ਜਿੰਨਾ ਚਿਰ ਉਹ ਆਪ ਆਪਣੇ ਆਪ ਨੂੰ ਨਹੀਂ ਸਿਆਣ ਲੈਂਦਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਕਹਿੰਦੇ ਆ ਨਾ, ਜੌਹਰੀ ਹੀ ਹੀਰੇ ਦੀ ਸਿਆਣ ਕਰ ਸਕਦਾ ਵੀ ਅਸਲੀ ਹੀਰਾ ਹੈ ਅਤੇ ਨਕਲੀ ਹੈ। ਤੁਸੀਂ ਤਾਂ ਸੋਨੇ ਦੀ ਸਿਆਣ ਨਹੀਂ ਕਰ ਸਕਦੇ ਵੀ ਸੋਨਾ ਅਸਲੀ ਹੈ ਕਿ ਨਕਲੀ ਹੈ, ਪਤਾ ਤਾਂ ਨਹੀਂ ਲੱਗਦਾ। ਜੌਹਰੀ ਨੂੰ ਪਤਾ ਲੱਗਦਾ। ਇੱਦਾਂ ਜਿਹੜੇ ਜੌਹਰੀ ਹਨ, ਜੌਹਰੀ ਦਾ ਭਾਵ ਜਿਨ੍ਹਾਂ ਨੇ ਸਿਆਣ ਲਿਆ ਹੈ, ਆਪਣੇ ਹੀਰੇ ਨੂੰ, ਹੀਰਾ ਹਾਥ ਚੜਿਆ ਨਿਰਮੋਲ, ਛੂਟ ਗਈ ਸੰਸਾਰੀ, ਉਹ ਫਿਰ ਸਿਆਣਦੇ। ਪਹਿਲਾਂ ਤਾਂ ਸਿਆਣ ਵਿੱਚ ਵੀ ਨਹੀਂ ਆਉਂਦਾ ਬਾਹਰੋਂ, ਅਤੇ ਬਾਹਰੋਂ ਪਹਿਲਾਂ ਜੋ ਸਤਿਪੁਰਖ ਹਨ, ਜਿਨ੍ਹਾਂ ਨੇ ਸੰਸਾਰ ਵੱਲੋਂ ਧਿਆਨ ਹਟਾ ਲਿਆ ਹੈ, ਨਿਰਲੇਪ ਹੋ ਗਏ ਹਨ, ਉਹਨਾਂ ਨੂੰ ਬਾਹਰੋਂ ਸਿਆਣਨਾ ਔਖਾ ਹੈ, ਕਿਉਂਕਿ ਅੰਦਰੋਂ ਨਿਰਲੇਪ ਹੋਏ ਹਨ। ਬਾਹਰੋਂ ਤਾਂ ਉਹ ਵੀ ਸੰਸਾਰ ਵਿੱਚ ਹੀ ਰਹਿ ਰਹੇ ਹਨ, ਵੈਸੇ ਹੀ ਰਹਿ ਰਹੇ, ਅੰਦਰੋਂ ਨਿਰਲੇਪਤਾ ਹੈ। ਅੰਦਰੋਂ ਉਹਨਾਂ ਨੂੰ ਕੋਈ ਵੀ ਸੰਸਾਰ ਦੀ ਲੇਪ ਸ਼ੇਪ ਨਹੀਂ, ਇਸ ਕਰਕੇ ਉਹ ਸੰਸਾਰ ਵਿੱਚ ਨਿਸ਼ਚਿੰਤ ਹਨ।